ਹਾਂਜੀ ਸਟੂਡੈਂਟਸ ਤਾਂ ਅੱਜ ਦੀ ਜਿਹੜੀ ਆਪਣੀ ਕਲਾਸ ਹੈ ਇਹਦੇ ਵਿੱਚ ਆਪਾਂ ਕਰਾਂਗੇ ਰਾਈਟਿੰਗ ਕੈਮੀਕਲ ਫਾਰਮੂਲਾ। ਵਟ ਇਜ਼ ਕੈਮੀਕਲ ਫਾਰਮੂਲਾ, ਕਿਵੇਂ ਆਪਾਂ ਕੈਮੀਕਲ ਫਾਰਮੂਲੇ ਨੂੰ ਲਿਖਦੇ ਹਾਂ। ਜਿਵੇਂ ਆਪਾਂ ਕਰਦੇ ਪਏ ਸੀ NaCl, ਨਮਕ ਦਾ ਫਾਰਮੂਲਾ ਸੋਡੀਅਮ ਕਲੋਰਾਈਡ। ਉਦਾਂ ਹੀ ਆਪਾਂ ਇਹਨੂੰ ਕਿਵੇਂ ਲਿਖਿਆ ਵੀ ਇਹ Na ਦੇ ਨਾਲ Cl ਲੱਗੇਗਾ, ਇਹਨਾਂ ਚੀਜ਼ਾਂ ਨੂੰ ਆਪਾਂ ਪੜਾਂਗੇ। ਦ ਕੈਮੀਕਲ ਫਾਰਮੂਲਾ ਆਫ a compound is a symbolic representation of its composition। ਕਹਿੰਦਾ ਕੈਮੀਕਲ ਫਾਰਮੂਲਾ ਕਿਸੇ ਵੀ ਕੰਪਾਊਂਡ ਦਾ ਆਪਾਂ ਨੂੰ ਇਹ ਦੱਸਦਾ ਏ ਕਿ ਕਿਵੇਂ ਉਹ ਕੰਪਾਊਂਡ ਕਿੰਨਾ ਕਿੰਨਾ ਉਹਦੇ ਵਿੱਚ ਐਟਮਸ ਦਾ ਉਸ ਐਲੀਮੈਂਟ ਦਾ ਭਾਗ ਹੈਗਾ ਏ, ਕਿੰਨਾ ਉਸ ਐਲੀਮੈਂਟ ਨੇ ਕਿੰਨਾ ਉਸ ਐਟਮ ਨੇ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਹੋਇਆ। ਜਿਵੇਂ NaCl ਦੇ ਵਿੱਚ Na ਇੱਕ ਹੈਗਾ ਤੇ Cl ਵੀ ਕੀ ਹੈਗਾ ਇੱਕ। ਉਸੇ ਤਰ੍ਹਾਂ ਦੇ ਜੇ ਮੈਂ H2O ਨੂੰ ਵੇਖਾਂ ਵਾਟਰ ਨੂੰ, ਤਾਂ ਇਹਦੇ ਵਿੱਚ H ਕਿੰਨੇ ਹੈਗੇ ਨੇ 2 ਤੇ O ਕਿੰਨੀਆਂ ਹੈਗੀਆਂ ਨੇ 1। ਤਾਂ ਆਪਾਂ ਨੂੰ ਕੈਮੀਕਲ ਫਾਰਮੂਲਾ ਇਹ ਦੱਸਦਾ ਪਿਆ ਵੀ ਕਿਹੜੇ ਐਟਮ ਨੇ ਕਿਹੜੇ ਐਲੀਮੈਂਟ ਨੇ ਕਿੰਨਾ ਪਾਰਟਿਸਿਪੇਟ ਕੀਤਾ ਹੈ ਉਸ ਫਾਰਮੂਲੇ ਨੂੰ ਬਣਾਉਣ ਲਈ। ਦ ਕੈਮੀਕਲ ਫਾਰਮੂਲਾ ਆਫ ਡਿਫਰੈਂਟ ਕੰਪਾਊਂਡਸ ਕੈਨ ਬੀ ਰਿਟਨ ਈਜ਼ੀਲੀ। ਕਹਿੰਦਾ ਵੱਖਰੇ ਵੱਖਰੇ ਕੰਪਾਊਂਡਸ ਦਾ ਕੈਮੀਕਲ ਫਾਰਮੂਲਾ ਲਿਖਣਾ ਬੜਾ ਈਜ਼ੀ ਹੈ। ਫॉर ਦਿਸ ਇਹਦੇ ਲਈ exercise we need to learn the symbol and combining capacity of the elements। ਕਹਿੰਦਾ ਆਪਾਂ ਨੂੰ ਐਲੀਮੈਂਟਸ ਦੇ ਸਿੰਬਲਸ ਪਤਾ ਹੋਣੇ ਚਾਹੀਦੇ ਨੇ, ਜਿਵੇਂ ਹਾਈਡਰੋਜਨ ਦਾ H, ਹੀਲੀਅਮ ਲਈ He, ਆਕਸੀਜਨ ਲਈ O ਆਪਾਂ ਯੂਜ਼ ਕਰਦੇ ਆ। ਇਦਾਂ ਐਲੀਮੈਂਟਸ ਦੇ ਸਿੰਬਲ ਪਤਾ ਹੋਣੇ ਚਾਹੀਦੇ ਨੇ ਤੇ ਉਹਨਾਂ ਦੀ ਕੰਬਾਈਨਿੰਗ ਕਪੈਸਿਟੀ ਆਫ ਦੀ ਐਲੀਮੈਂਟਸ। ਕੰਬਾਈਨਿੰਗ ਕਪੈਸਿਟੀ ਦਾ ਮਤਲਬ ਕੀ ਹੈ ਰਾਜੇ, ਵੀ ਇੱਕ ਐਲੀਮੈਂਟ ਹੋਰ ਕਿੰਨੇ ਅੱਗੋਂ ਐਲੀਮੈਂਟਸ ਦੇ ਨਾਲ ਜੁੜ ਸਕਦਾ ਹੈ। ਸਾਰੀ ਕਲਾਸ ਜਦੋਂ ਸੁਣ ਲੋਗੇ ਉਦੋਂ ਸਾਰੀਆਂ ਗੱਲਾਂ ਸਮਝ ਆਣਗੀਆਂ। ਕੁਝ ਕਲਾਸਿਸ ਇਦਾਂ ਦੀ ਹੁੰਦੀਆਂ ਨੇ ਜਿਹੜੀਆਂ ਬਹਿ ਕੇ ਪੇਸ਼ੈਂਸ ਦੇ ਨਾਲ ਸੁਣਨ ਵਾਲੀਆਂ ਹੁੰਦੀਆਂ ਨੇ। ਬੱਚੇ ਕੀ ਕਰਦੇ ਨੇ, ਥੋੜੀ ਜੀ ਕਲਾਸ ਸੁਣਦੇ ਨੇ, ਕਹਿੰਦੇ ਨੇ ਪਤਾ ਨਹੀਂ ਸਰ ਕੀ ਕਹਿ ਰਹੇ ਨੇ, ਹਨਾ। ਕਿਉਂ ਐਵੇਂ? ਕਿਉਂਕਿ ਉਹਨਾਂ 'ਚ ਪੇਸ਼ੈਂਸ ਨਹੀਂ ਹੈਗਾ, ਉਹ ਗੱਲ ਸੁਣਨਾ ਨਹੀਂ ਗੇ ਚਾਹੁੰਦੇ। ਜੇ ਤੁਸੀਂ ਆਰਾਮ ਨਾਲ ਬੈਠ ਕੇ ਸਾਰੀ ਕਲਾਸ ਸੁਣੋਗੇ ਤਾਂ ਤੁਹਾਨੂੰ ਗੱਲ ਦਾ ਪਤਾ ਲੱਗੇਗਾ ਵੀ ਗੱਲ ਦੱਸਣੀ ਕੀ ਚਾਹ ਰਹੇ ਸੀ। ਠੀਕ ਹੈ। ਨੰਬਰ 1 ਆਪਾਂ ਨੂੰ ਪਤਾ ਹੋਣਾ ਚਾਹੀਦਾ ਉਹਦਾ ਸਿੰਬਲ ਕੀ ਹੈ, ਜਿਹੜਾ ਐਲੀਮੈਂਟ ਜਿਹਦੇ ਨਾਲ ਜੁੜਦਾ ਪਿਆ। ਤੇ ਨੰਬਰ 2 ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਉਹ ਐਲੀਮੈਂਟ ਕਿੰਨੇ ਅੱਗੋਂ ਦੀ ਕੰਬਾਈਨਿੰਗ ਕਪੈਸਿਟੀ ਹੈਗੀ ਕੀ ਹੈ। ਹੁਣ ਆਪਾਂ ਪੜ੍ਹਦੇ ਹਾਂ ਕੰਬਾਈਨਿੰਗ ਕਪੈਸਿਟੀ। ਕੰਬਾਈਨਿੰਗ ਪਾਵਰ ਔਰ ਕਪੈਸਿਟੀ ਆਫ ਐਨ ਐਲੀਮੈਂਟ ਇਜ਼ ਨੋਨ ਐਜ਼ ਇਟਸ ਵੈਲੈਂਸੀ। ਵੈਲੈਂਸੀ ਕੀ ਹੈ? ਇੱਕ ਐਲੀਮੈਂਟ ਦੀ ਕੰਬਾਈਨਿੰਗ ਕਪੈਸਿਟੀ ਕੀ ਹੈ, ਉਹ ਅੱਗੋਂ ਕਿੰਨੇ ਐਟਮਸ ਨਾਲ ਕਿੰਨੇ ਐਲੀਮੈਂਟਸ ਨਾਲ ਜਿਹੜਾ ਹੈ ਕੰਬਾਈਨ ਹੋ ਸਕਦਾ ਹੈ। ਵੈਲੈਂਸੀ can be used to find out how the atoms of an element will combine with the atoms of another element to form a chemical compound। ਇੱਕ chemical compound ਬਣਾਉਣ ਲਈ ਇੱਕ ਐਲੀਮੈਂਟ ਦੀ ਕਿੰਨੀ ਕਪੈਸਿਟੀ ਹੈ ਕਿ ਉਹ ਕਿੰਨੀ ਹੋਰ ਅੱਗੋਂ ਕਿੰਨਿਆਂ ਨਾਲ ਜੁੜ ਸਕਦਾ ਹੈ। ਠੀਕ ਹੈ। ਵੈਲੈਂਸੀ ਆਫ ਐਨ ਐਟਮ of an element can be thought of as hands or arms of that atom। ਕਹਿੰਦਾ ਵੈਲੈਂਸੀ ਹੁੰਦੀ ਐਟਮ ਦੀ, ਕਿਸੇ ਵੀ ਐਟਮ ਦੀ ਵੈਲੈਂਸੀ ਆਪਾਂ ਐਵੇਂ ਸੋਚ ਸਕਨੇ ਆ ਕਿ ਉਹ ਐਟਮ ਦੇ ਕੀ ਨੇ, ਹੱਥ ਜਾਂ ਬਾਹਾਂ ਨੇ। ਹੁਣ ਇਹ ਮੰਨ ਲਓ ਇੱਕ ਬੰਦਾ ਹੈ, ਜਿਵੇਂ ਆਪਣੀਆਂ ਬਾਹਾਂ ਨੇ, ਤਾਂ ਆਪਾਂ ਇੱਕ ਟਾਈਮ ਤੇ ਦੋ ਬੰਦਿਆਂ ਨੂੰ ਦੋਨੋਂ ਬਾਹਾਂ ਨਾਲ ਫੜ ਕੇ ਰੱਖ ਸਕਦੇ ਹਾਂ। ਠੀਕ ਹੈ। ਉਵੇਂ ਵੈਲੈਂਸੀ ਐਟਮ ਦੀ ਕੀ ਹੈ ਕਿ ਉਹ ਇੱਕ ਟਾਈਮ ਤੇ ਕਿੰਨਿਆਂ ਦੇ ਨਾਲ ਜਿਹੜਾ ਇਹ ਜੁੜ ਕੇ ਰਹਿ ਸਕਦਾ ਹੈ। ਇਹਦੀ ਐਗਜ਼ਾਮਪਲ ਬੜੀ ਸੋਹਣੀ ਦਿੱਤੀ, ਆਪਾਂ ਕਰਦੇ ਹਾਂ। ਕਹਿੰਦਾ ਹਿਊਮਨ ਬੀਇੰਗਸ ਹੈਵ 2 ਆਰਮਸ ਐਂਡ ਐਨ ਆਕਟੋਪਸ ਹੈਜ਼ 8। ਕਹਿੰਦਾ ਜਿਹੜਾ ਆਕਟੋਪਸ ਹੁੰਦਾ ਹੈ ਉਹਦੇ ਕੋਲੋਂ 8 ਜਿਹੜੇ ਨੇ ਹੱਥ ਹੁੰਦੇ ਨੇ, 1 2 3 4 5 6 7 ਤੇ 8। ਠੀਕ ਹੈ। If one octopus has to catch hold of a few people in such a manner that all the 8 arms of the octopus and both arms of all the humans are locked। ਕਹਿੰਦਾ ਇੱਕ ਆਕਟੋਪਸ ਕਿੰਨੇ ਬੰਦੇ ਫੜ ਕੇ ਰੱਖ ਸਕਦਾ ਹੈ, ਇੱਕ ਆਕਟੋਪਸ ਕਿੰਨੇ ਬੰਦੇ ਫੜ ਕੇ ਰੱਖ ਸਕਦਾ ਹੈ। ਤੇ ਕੰਡੀਸ਼ਨ ਇਹ ਹੈ ਕਿ ਬੰਦਿਆਂ ਦੀਆਂ ਜਿਹੜੀਆਂ ਬਾਹਾਂ ਨੇ ਵਿਹਲੀਆਂ ਨਹੀਂ ਹੋਣੀਆਂ ਚਾਹੀਦੀਆਂ। ਤਾਂ ਮੈਨੂੰ ਲੱਗਦਾ ਇੱਕ ਬੰਦਾ ਇੱਥੇ ਫੜ ਲੇਗਾ ਇਹਦੀਆਂ ਦੋਨੋਂ ਬਾਹਾਂ ਇਹਦੇ ਨਾਲ, ਦੂਜਾ ਇੱਥੇ ਦੋਨੋਂ ਬਾਹਾਂ ਇਹਦੇ ਨਾਲ, ਤੀਜਾ ਇੱਥੇ ਤੇ ਚੌਥਾ ਇੱਥੇ। ਤਾਂ ਇੱਕ ਆਕਟੋਪਸ ਜਿਹੜਾ ਹੈ ਉਹ 4 ਬੰਦਿਆਂ ਨੂੰ ਫੜ ਕੇ ਰੱਖ ਸਕਦਾ ਹੈ। ਅਗਰ ਨਹੀਂ ਗੱਲ ਸਮਝ ਆਈ ਤਾਂ ਦੁਬਾਰਾ ਸੁਣੋ ਕੀ ਕਹਿਣਾ ਚਾਹੁੰਦਾ ਥੋੜੀ ਜੀ। ਚਲੋ
ਧਿਆਨ ਨਾਲ ਸੁਣਿਆ ਜੀ ਗੱਲ ਨੂੰ। ਮੰਨ ਲਓ ਆ ਇੱਕ ਆਕਟੋਪਸ ਹੈਗਾ ਜਿਹਦੀਆਂ 1 2 3 4 5 6 7 ਤੇ 8। ਉਹ ਕਹਿੰਦਾ ਇੱਕ ਆਕਟੋਪਸ ਕਿੰਨੇ ਬੰਦਿਆਂ ਨੂੰ ਫੜ ਕੇ ਰੱਖ ਸਕਦਾ ਹੈ ਤਾਂ ਕਿ ਹਰੇਕ ਬੰਦੇ ਦੀਆਂ ਦੋਨੋਂ ਬਾਹਾਂ ਆਕਟੋਪਸ ਨੂੰ ਫੜਨ। ਤਾਂ ਇੱਕ ਬੰਦੇ ਨੇ 2 ਬਾਹਾਂ ਸੀਗੀਆਂ, ਆਕਟੋਪਸ ਦੀਆਂ ਦੋਨੋਂ ਬਾਹਾਂ ਫੜ ਲਈਆਂ। ਇੱਥੇ ਇੱਕ ਬੰਦਾ ਲਾ ਦੋ, ਇਹਨੇ ਇੱਕ ਬਾਹ ਤੋਂ ਆਹ ਫੜ ਲਿਆ ਤੇ ਇੱਕ ਬਾਹ ਤੋਂ ਆਹ ਫੜ ਲਿਆ। ਇੱਥੇ ਇੱਕ ਬੰਦਾ ਲਾ ਦੋ, ਇਹਨੇ ਇੱਕ ਬਾਹ ਤੋਂ ਆਹ ਫੜ ਲਏ, ਇੱਕ ਬਾਹ ਤੋਂ ਆਹ ਫੜ ਲਈ। ਇੱਥੇ ਇੱਕ ਬੰਦਾ ਲਗਾ ਦੋ, ਇਹਨੇ ਕੀ ਕੀਤਾ, ਇੱਕ ਬਾਹ ਤੋਂ ਇੱਧਰ ਫੜ ਲਿਆ, ਇੱਕ ਤੋਂ ਇੱਧਰ ਫੜ ਲਿਆ। ਤਾਂ ਇੱਕ ਆਕਟੋਪਸ 4 ਬੰਦਿਆਂ ਨੂੰ ਦੋਨੋਂ ਬਾਹਾਂ ਤੋਂ ਫੜ ਕੇ ਰੱਖ ਸਕਦਾ ਹੈ। ਠੀਕ ਹੈ। represent the octopus with O, ਕਹਿੰਦਾ octopus ਨੂੰ O ਕਹਿ ਦੋ and humans ਨੂੰ H ਕਹਿ ਦੋ। octopus ਨੂੰ ਉਹਨੇ O ਕਹਿ ਦਿੱਤਾ ਤੇ humans ਨੂੰ H ਕਹਿਤਾ। can you write a formula for this combination, ਕਹਿੰਦਾ ਤੁਸੀਂ ਇਹਦਾ ਫਾਰਮੂਲਾ ਲਿਖ ਸਕਦੇ ਹੋ। ਤਾਂ ਬਿਲਕੁਲ ਲਿਖ ਸਕਦੇ ਆ। OH4 ਲਿਖਦਾ, ਇੱਕ octopus ਦੇ ਨਾਲ ਕਿੰਨੇ ਹਿਊਮਨ ਲੱਗੇ ਨੇ, 1 2 3 ਤੇ 4। ਤਾਂ OH4 ਫਾਰਮੂਲਾ ਜਿਹੜਾ ਇਹ ਬਣੇਗਾ। The subscript 4 indicates the number of humans held by the octopus, ਜਿਹੜਾ ਇੱਥੇ ਪੈਰ ਦੇ ਵਿੱਚ 4 ਲੱਗਿਆ ਇਹ ਦੱਸਦਾ ਏ ਇੱਕ ਆਕਟੋਪਸ ਦੇ ਨਾਲ ਕਿੰਨੇ ਬੰਦੇ ਲੱਗੇ ਨੇ, 4। ਇਹੀ ਕੀ ਹੈ ਆਕਟੋਪਸ ਦੀ ਵੈਲੈਂਸੀ। ਆਕਟੋਪਸ ਦੀ ਵੈਲੈਂਸੀ ਕੀ ਹੈ, 4। valencies of some common ions given in the table 3.6, we will learn more about valencies in the next chapter। ਕਹਿੰਦਾ ਇਸ ਚੈਪਟਰ ਦੇ ਵਿੱਚ ਤੁਸੀਂ ਸਿਰਫ ਵੈਲੈਂਸੀਸ ਨੂੰ ਇੱਕ ਵਾਰੀ ਲਰਨ ਹੀ ਕਰਨਾ ਹੈ, ਤੁਸੀਂ ਕੱਢਣੀ ਨਹੀਂ ਸਿੱਖਣੀ ਵੀ ਕਿਹੜੇ ਆਇਨ ਦੀ ਵੈਲੈਂਸੀ ਕਿੰਨੀ ਹੈ, ਕਿੰਦੀ ਕਿਵੇਂ ਹੈ, ਕਿੰਦੀ ਕਿਵੇਂ। ਤੁਸੀਂ ਲਰਨ ਕਰਨੀਆਂ ਨੇ। ਆਜੋ ਟੇਬਲ ਦੇਖਦੇ ਹਾਂ ਤੇ ਮੈਂ ਲਰਨ ਵੀ ਕਰਾਂਦਾ। ਸਭ ਤੋਂ ਪਹਿਲਾਂ ਸੋਡੀਅਮ। ਸੋਡੀਅਮ ਦਾ ਸਿੰਬਲ Na ਪੋਜ਼ਿਟਿਵ ਤੇ ਇਹਦੀ ਵੈਲੈਂਸੀ ਹੈਗੀ ਹੈ 1। ਪੋਟੈਸ਼ੀਅਮ K ਪੋਜ਼ਿਟਿਵ, ਵੈਲੈਂਸੀ 1। ਸਿਲਵਰ Ag ਪੋਜ਼ਿਟਿਵ। ਕੋਪਰ Cu ਪੋਜ਼ਿਟਿਵ। ਨੇਮ ਆਫ ਆਇਨ ਤੇ ਇਹਦਾ ਸਿੰਬਲ। ਹੁਣ ਨॉन ਮੈਟੈਲਿਕ ਤੇ ਆਏਗਾ ਇਹ। ਨॉन ਮੈਟੈਲਿਕ ਐਲੀਮੈਂਟ ਹਾਈਡਰੋਜਨ 1 ਵੈਲੈਂਸੀ, ਹਾਈਡਰਾਈਡ 1, ਕਲੋਰਾਈਡ 1, ਬ੍ਰੋਮਾਈਡ 1, ਆਇਓਡਾਈਡ 1। ਆ 1 ਵੈਲੈਂਸੀ ਵਾਲੇ ਸਾਰੇ ਦਿੱਤੇ ਹੋਏ ਨੇ। ਤੁਹਾਡੇ ਕੋਲ ਬੁੱਕ ਹੈਗੀ ਹੈ, ਤੁਹਾਡੀ ਬੁੱਕ ਖੋਲ ਲਓ। ਇਹ ਵਾਲਾ ਪੇਜ ਤੁਸੀਂ ਖੋਲ ਕੇ ਰੱਖਣਾ ਹੈ ਆਦੀ ਬੁੱਕ ਦਾ। ਅਮੋਨੀਅਮ ਦੀ ਕੁਝ ਪੋਲੀਐਟੋਮਿਕ ਆਇਨਸ ਵੀ ਹੁੰਦੇ ਨੇ। ਪੋਲੀਐਟੋਮਿਕ ਆਇਨਸ ਮੈਂ ਕੱਲ ਵੀ ਦੱਸੇ ਸੀ, ਇਹੋ ਜਿਹੇ ਆਇਨਸ ਜਿਹੜੇ ਕਿ ਜ਼ਿਆਦਾ ਉਹਦੇ ਤੋਂ ਬਣੇ ਹੁੰਦੇ ਨੇ, ਜ਼ਿਆਦਾ ਐਲੀਮੈਂਟਸ ਤੋਂ ਬਣੇ ਹੁੰਦੇ ਨੇ, ਜ਼ਿਆਦਾ ਐਟਮਸ ਤੋਂ ਬਣੇ ਹੁੰਦੇ ਨੇ। ਜਿਵੇਂ ਅਮੋਨੀਅਮ NH ਤੋਂ ਬਣਿਆ, ਨਾਈਟ੍ਰੋਜਨ ਤੇ ਹਾਈਡਰੋਜਨ ਨੂੰ ਮਿਲਾ ਕੇ ਬਣਦਾ ਹੈ ਕੀ, ਅਮੋਨੀਆ, NH4। ਇਹਦੀ ਕੀ ਹੈ ਵੈਲੈਂਸੀ, 1। ਆ 1 ਵੈਲੈਂਸੀ ਵਾਲੇ ਨੇ। ਹਾਈਡਰੋਕਸਾਈਡ ਦੀ OH ਨੈਗੇਟਿਵ ਦੀ ਵੈਲੈਂਸੀ ਵੀ ਕੀ ਹੈ, 1। NO3 ਨਾਈਟ੍ਰੇਟ ਦੀ ਕੀ ਹੈ, 1। ਹਾਈਡਰੋਜਨ ਕਾਰਬੋਨੇਟ ਦੀ HCO3 ਨੈਗੇਟਿਵ ਦੀ ਇਹਦੀ ਵੀ 1। ਹੁਣ 2 ਵੈਲੈਂਸੀ ਵਾਲੇ ਵੇਖਦੇ ਆ ਜਿਨ੍ਹਾਂ ਦੀ ਵੈਲੈਂਸੀ 2 ਹੈ, ਮਤਲਬ ਜਿਹੜੇ ਕਿ 2 ਜਣਿਆਂ ਦੇ ਨਾਲ ਫਸ ਕੇ ਬਹਿ ਸਕਦੇ ਨੇ, 2 ਜਣਿਆਂ ਨੂੰ ਫੜ ਸਕਦੇ ਨੇ। ਮੈਗਨੀਸ਼ੀਅਮ, ਕੈਲਸ਼ੀਅਮ, ਜ਼ਿੰਕ, ਆਇਰਨ ਤੇ ਕੋਪਰ। ਤੁਸੀਂ ਕਹਿਣਾ ਸਰ ਕੋਪਰ ਇਹਦੇ ਚ ਵੀ ਆਇਆ ਤੇ ਕੋਪਰ ਇਹਦੇ ਚ ਵੀ ਆਇਆ। ਕੁਝ ਐਵੇਂ ਦੇ ਹੁੰਦੇ ਨੇ ਜਿਨ੍ਹਾਂ ਦੀ ਵੈਲੈਂਸੀ ਵੇਰੀਏਬਲਸ ਹੁੰਦੀਆਂ ਨੇ। ਇਹਦੀ ਕੋਪਰ ਦੀ ਵੈਲੈਂਸੀ 1 ਵੀ ਚੱਕ ਲੈਂਦੇ ਨੇ ਤੇ 2 ਵੀ ਚੱਕ ਲੈਂਦੇ ਨੇ। ਆਪਾਂ ਪੜ੍ਹਦੇ ਹਾਂ ਸਟਾਰ ਦਾ ਮਤਲਬ ਕੀ ਹੈ, ਸਮ ਐਲੀਮੈਂਟ ਸ਼ੋ ਮੋਰ ਦੈਨ 1 ਵੈਲੈਂਸੀ। ਇਹ ਰੋਮਨ ਨਿਊਮਰਲ ਸ਼ੋਜ਼ देयर ਵੈਲੈਂਸੀ ਇਨ ਅ ਬ੍ਰੈਕਟ। ਕਹਿੰਦਾ ਕੁਝ ਐਲੀਮੈਂਟਸ ਐਵੇਂ ਨੇ ਜਿਨ੍ਹਾਂ ਦੀ ਵੈਲੈਂਸੀ ਚੇਂਜ ਹੁੰਦੀ ਰਹਿੰਦੀ, ਬਦਲਦੀ ਰਹਿੰਦੀ ਹੈ। ਤਾਂ ਉਹਨਾਂ ਚ ਇੱਕ ਕੋਪਰ ਹੈਗਾ। ਕੋਪਰ ਦੀ 2 ਵੀ ਹੋ ਸਕਦੀ ਤੇ 1 ਵੀ ਹੋ ਸਕਦੀ ਹੈ, 2 ਵੀ ਹੋ ਸਕਦੀ ਤੇ 1 ਵੀ ਹੋ ਸਕਦੀ ਹੈ। ਕੋਪਰ 2 ਪੋਜ਼ਿਟਿਵ। ਇੰਨਾ ਨਹੀਂ ਸੋਚਣਾ ਵੀ ਸਾਨੂੰ ਕਿਵੇਂ ਪਤਾ ਲੱਗੇਗਾ ਪੇਪਰ ਦੇ ਵਿੱਚ 2 ਲੈਣੀ ਕਿ 1 ਲੈਣੀ ਹੈ। ਹੁਣੇ ਆਪਾਂ ਐਗਜ਼ਾਮਪਲਸ ਕਰਾਂਗੇ, ਸਾਰੀਆਂ ਗੱਲਾਂ ਜਿਹੜੀਆਂ ਨੇ ਕਲੀਅਰ ਹੋ ਜਾਣਗੀਆਂ ਐਗਜ਼ਾਮਪਲਸ ਦੇ ਨਾਲ। ਠੀਕ ਹੈ। ਇੱਕ ਵਾਰੀ ਮੈਂ ਟੇਬਲ ਲਰਨ ਕਰਾ ਰਿਹਾ ਤੁਹਾਨੂੰ। ਐਲੂਮੀਨੀਅਮ ਦੀ 3, ਆਇਰਨ 3 ਵੀ ਹੁੰਦਾ ਜੇ, ਆਇਰਨ 2 ਹੁੰਦੇ ਵੈਲੈਂਸੀ ਵਾਲਾ ਤੇ 3 ਵਾਲਾ। Fe3 ਪੋਜ਼ਿਟਿਵ ਕਹਿ ਦਿੰਦੇ ਨੇ ਤੇ Fe2 ਪੋਜ਼ਿਟਿਵ। 2 ਵੈਲੈਂਸੀ ਵਾਲੇ ਆਕਸਾਈਡ O, ਸਲਫਾਈਡ S2, ਨਾਈਟਰਾਈਡ N3, ਕਾਰਬੋਨੇਟ ਸਲਫਾਈਡ ਸਲਫੇਟ CO3 2 ਨੈਗੇਟਿਵ, SO3 2 ਨੈਗੇਟਿਵ, SO4 2 ਨੈਗੇਟਿਵ ਤੇ ਫੋਸਫੇਟ PO4 3 ਨੈਗੇਟਿਵ। ਸਿਆਣੇ ਸਿਆਣੇ ਨੰਨੇ ਨੰਨੇ ਬੱਚੇ ਬਣ ਕੇ ਇਹ ਵਾਲਾ ਟੇਬਲ ਲਰਨ ਕਰ ਲੈਣਾ ਸਾਰਿਆਂ ਨੇ। ਲਰਨ ਕਰ ਲੈਣਾ। ਮੈਨੂੰ ਪਤਾ ਤੁਸੀਂ ਸਾਰੇ ਜਣੇ ਬਹੁਤ ਸੀਰੀਅਸ ਲਰਨਰ ਹੈਗੇ ਹੋ। ਤੁਹਾਨੂੰ ਮੋਟੀਵੇਟ ਕਰਨ ਦੀ ਲੋੜ ਨਹੀਂ ਹੈਗੀ ਮੈਨੂੰ। ਤੁਸੀਂ ਵੱਡੇ ਹੋ, ਤੁਹਾਨੂੰ ਪਤਾ ਹੈ ਤੁਹਾਡੇ ਗੋਲਸ ਕੀ ਨੇ, ਤੁਸੀਂ ਕਿਉਂ ਪੜ੍ਹ ਰਹੇ ਹੋ, ਹਨਾ।
ਤੇ ਇਹ ਨਾ ਹੋਵੇ ਕਿਧਰੇ ਮੈਂ ਬੱਚਿਆਂ ਤਰ੍ਹਾਂ ਤੁਹਾਨੂੰ ਪਹਿਲਾਂ ਪੁੱਛਾਂ ਵੀ ਹਾਂ ਕੀਤਾ ਹੈ ਕਿ ਨਹੀਂ ਕੀਤਾ, ਕੀਤਾ ਹੈ ਯਾਦ ਕਿ ਨਹੀਂ ਕੀਤਾ, ਤੁਸੀਂ ਵੀ ਅਣਗਹਿਲੀ ਜੀ ਕਰ ਦੋ ਤੇ ਯਾਦ ਹੀ ਨਾ ਕਰੋ। ਠੀਕ ਹੈ, ਮਸਟ ਹੈ, ਟੀਚਰ ਦੀ ਗੱਲ ਮੰਨਣਾ ਮਸਟ ਹੈ, ਯਾਦ ਕਰਨਾ ਮਸਟ ਹੈ। ਜਿੰਨੀ ਗੱਲ ਮੈਂ ਕਹਿਤੀ ਉਨੀ ਗੱਲ ਸਫੀਸ਼ੀਐਂਟ ਹੈ, ਪਰ ਉਹ ਕਰਨੀ ਜ਼ਰੂਰ ਹੈ। ਠੀਕ ਹੈ, ਚਲੋ ਆ ਟੇਬਲ ਸਾਰਿਆਂ ਨੂੰ ਯਾਦ ਹੋਏਗਾ। ਬੁੱਕ ਖੋਲ ਲਓ ਆਪਦੀ, ਬੁੱਕ ਤੇ ਆ ਟੇਬਲ ਖੋਲ ਲਓ ਸਾਰੇ ਜਣੇ, ਤੇ ਨਾਲ ਨਾਲ ਸਕਰੀਨ ਦੇਖੀ ਜਾਏ ਜੇ ਫੋਨ ਤੇ, ਸਾਰੀਆਂ ਗੱਲਾਂ ਕਲੀਅਰ ਹੋਣਗੀਆਂ। ਰੂਲਸ ਪੜ੍ਹਦੇ ਆ। ਯੂ ਹੈਵ ਟੂ ਫੋਲੋ ਵਾਈਲ ਰਾਈਟਿੰਗ ਏ ਕੈਮੀਕਲ ਫਾਰਮੂਲਾ ਐਜ਼ ਫੋਲੋ। ਕਹਿੰਦਾ ਕੁਝ ਰੂਲਸ ਨੇ, 3 ਰੂਲ ਹੈਗੇ ਨੇ ਜਿਹੜੇ ਆਪਾਂ ਫੋਲੋ ਕਰਾਂਗੇ ਇੱਕ ਕੈਮੀਕਲ ਫਾਰਮੂਲਾ ਲਿਖਣ ਦੇ, ਫਿਰ ਆਪਾਂ ਕੈਮੀਕਲ ਫਾਰਮੂਲਾ ਲਿਖਾਂਗੇ। ਵੈਲੈਂਸੀਸ ਔਰ ਚਾਰजेस ਔਨ ਦਾ ਆਇਨ ਮਸਟ ਬੀ ਬੈਲੈਂਸ। ਵੈਲੈਂਸੀ ਜਾਂ ਫਿਰ ਚਾਰਜ ਕਿਸੇ ਆਇਨ ਦੇ ਉੱਪਰ ਜਿਹੜੇ ਨੇ ਉਹ ਬੈਲੈਂਸ ਹੋਣੇ ਚਾਹੀਦੇ ਨੇ। when a compound consists of a metal and a non-metal, the name or symbol of the metal is written first। ਕਹਿੰਦਾ ਜਦੋਂ ਇੱਕ ਕੰਪਾਊਂਡ ਦੇ ਵਿੱਚ ਮੈਟਲ ਵੀ ਆਏ ਤੇ ਨੌਨ ਮੈਟਲ ਵੀ ਆਏ ਤਾਂ ਮੈਟਲ ਪਹਿਲਾਂ ਲਿਖਿਆ ਜਾਏਗਾ, ਫਸਟ ਆਏਗਾ, ਨੌਨ ਮੈਟਲ ਜਿਹੜਾ ਇਹ ਸੈਕਿੰਡ ਨੰਬਰ ਤੇ ਆਏਗਾ। ਐਗਜ਼ਾਮਪਲਸ ਦੇ ਨਾਲ ਸਾਰੇ ਰੂਲਸ ਵੀ ਕਲੀਅਰ ਹੋ ਜਾਣਗੇ ਤੇ ਸਾਰੀਆਂ ਗੱਲਾਂ ਵੀ ਕਲੀਅਰ ਹੋ ਜਾਣਗੀਆਂ। ਧਿਆਨ ਨਾਲ ਸੁਣਿਓ ਜੀ। ਕਹਿੰਦਾ ਮੈਟਲ ਪਹਿਲਾਂ ਰੱਖਿਆ ਜਾਏਗਾ, ਨੌਨ ਮੈਟਲ ਬਾਅਦ ਚੋਂ। ਜਿਵੇਂ ਕੈਲਸ਼ੀਅਮ ਆਕਸਾਈਡ ਦੇ ਵਿੱਚ ਕੈਲਸ਼ੀਅਮ ਪਹਿਲਾਂ ਤੇ ਆਕਸਾਈਡ ਬਾਅਦ ਚੋਂ। ਸੋਡੀਅਮ ਕਲੋਰਾਈਡ NaCl ਦੇ ਵਿੱਚ ਸੋਡੀਅਮ ਇੱਕ ਮੈਟਲ ਹੈ, ਕਲੋਰਾਈਡ ਇੱਕ ਨੌਨ ਮੈਟਲ ਹੈ, ਇਹਨੂੰ ਪਹਿਲਾਂ ਰੱਖਤਾ, ਇਹਨੂੰ ਬਾਅਦ ਚੋਂ। ਆਇਰਨ ਸਲਫਾਈਡ ਦੇ ਵਿੱਚ FeS, ਕਾਪਰ ਆਕਸਾਈਡ ਦੇ ਵਿੱਚ CuO। where oxygen, chlorine, sulfur are non-metals। ਕਹਿੰਦਾ oxygen, sulfur, chlorine are non-metals and are written on the right। ਜਿਹੜੇ ਕੀ ਹੈ ਰਾਈਟ ਤੇ ਲਿਖੇ ਗਏ ਨੇ, ਮਤਲਬ ਸੈਕਿੰਡ ਨੰਬਰ ਤੇ ਲਿਖੇ ਗਏ ਨੇ। where calcium, sodium, iron and copper are metals and are written on left, ਯਾਨੀ ਕਿ ਪਹਿਲਾਂ ਲਿਖੇ ਗਏ ਨੇ। in compounds formed with polyatomic ions, ਆਪਾਂ ਹੁਣੇ polyatomic ions ਦੀ ਗੱਲ ਕਰਦੇ ਪਏ ਸੀ, ਜਿਵੇਂ ਕਿ NH4 ਦੀ, ਹੈ ਨਾ। The ion is enclosed in a bracket before writing the number to indicate the ratio। ਇਹਨੂੰ ਇੱਕ ਬ੍ਰੈਕਟ ਚ ਲਿਖਾਂਗੇ ਪੂਰਾ ਦਾ ਪੂਰਾ। ਪੋਲੀਐਟੋਮਿਕ ਆਇਨ ਆਏਗਾ ਤਾਂ ਉਹਨੂੰ ਆਪਾਂ ਇੱਕ ਮੰਨ ਕੇ ਚੱਲਾਂਗੇ ਵੀ ਇਹ ਪੂਰਾ ਦਾ ਪੂਰਾ ਇੱਕ ਤੇ ਵੱਖਰਾ ਹੈ। ਅੱਛਾ, ਐਗਜ਼ਾਮਪਲ ਦਿੱਤੀ ਹੈ ਸ਼ਾਇਦ। in case the number of polyatomic ion is 1, the bracket is not required। for example NaOH। ਆ ਮੈਂ ਦੱਸਦਾ ਪੋਲੀਐਟੋਮਿਕ ਆਇਨ ਦਾ ਰੂਲ ਕੀ ਹੈ, ਉਹ ਤੋਂ ਪਹਿਲਾਂ ਆਪਾਂ ਐਗਜ਼ਾਮਪਲਸ ਦੇਖਦੇ ਹਾਂ ਸਿੱਧਾ। ਠੀਕ ਹੈ, simplest compounds which are made up of 2 different elements are called binary compounds। ਕਹਿੰਦਾ ਜਿਹੜੇ ਸਿੰਪਲ ਕੰਪਾਊਂਡ ਨੇ, ਜਿਹੜੇ ਸਿਰਫ ਦੋ ਐਲੀਮੈਂਟਸ ਤੋਂ ਬਣੇ ਨੇ, ਸਿਰਫ ਦੋ ਤੋਂ, ਜਿਵੇਂ NaCl, ਇਹਨੂੰ ਆਪਾਂ ਕਹਾਂਗੇ ਬਾਈਨਰੀ। ਆਪਾਂ ਨੂੰ ਪਤਾ ਹੈ ਜਦੋਂ ਵੀ ਦੋ ਵਰਡ ਆਉਂਦਾ ਹੈ ਤਾਂ ਆਪਾਂ ਉਹਨੂੰ ਕਹਿੰਦੇ ਆ ਬਾਈ, ਤਾਂ ਇਹਨੂੰ ਕਹਾਂਗੇ ਬਾਈਨਰੀ ਐਲੀਮੈਂਟਸ, ਬਾਈਨਰੀ ਕੰਪਾਊਂਡਸ, ਸੌਰੀ, ਬਾਈਨਰੀ ਕੰਪਾਊਂਡਸ। valencies of some ions are given in table 3.6, ਜਿਹੜਾ ਤੁਸੀਂ ਹੁਣੇ ਆਪਦੀ ਬੁੱਕ ਤੇ ਖੋਲ ਕੇ ਰੱਖਿਆ ਹੋਇਆ ਹੈ। You can use these to write formula for compounds। While writing the chemical formula for compounds, we write the constituent element and their valency as shown below। ਚਲੋ ਦੇਖਦੇ ਹਾਂ ਕਿਵੇਂ। ਆਪਾਂ ਹੁਣ ਫਾਰਮੂਲਾ ਬਣਾਉਣ ਲੱਗੇ ਹਾਂ ਹਾਈਡਰੋਜਨ ਕਲੋਰਾਈਡ ਦਾ। ਹਾਈਡਰੋਜਨ ਕਲੋਰਾਈਡ ਦਾ ਫਾਰਮੂਲਾ ਬਣਾਉਣਾ ਹੈ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਸਿੰਬਲ ਹਾਈਡਰੋਜਨ ਦਾ H, ਕਲੋਰਾਈਡ ਦਾ ਸਿੰਬਲ Cl। ਤੁਸੀਂ ਆਪਦੀ ਬੁੱਕ ਦੇ ਉੱਪਰ ਵੇਖ ਸਕਦੇ ਹੋ ਵੈਲੈਂਸੀ ਦਿੱਤੀ ਹੋਈ ਹੈ। ਹਾਈਡਰੋਜਨ ਦੀ ਵੈਲੈਂਸੀ ਕਿੰਨੀ ਦਿੱਤੀ ਹੋਈ ਹੈ? 1। ਕਈ ਬੱਚੇ ਕਹਿਣਗੇ +1 ਦਿੱਤੀ ਹੋਈ ਹੈ। ਆਪਾਂ ਇਹਦੇ ਵਿੱਚ ਜਿਹੜੇ ਨੇ ਚਾਰजेस ਨਹੀਂ ਕਾਊਂਟ ਕਰਨੇ। ਠੀਕ ਹੈ, Cl -1 ਦਿੱਤੀ ਹੋਈ ਹੈ, ਉਹ ਵੀ 1। ਕ੍ਰੋਸ ਮਲਟੀਪਲਾਈ ਕਰ ਦੋ, H ਦੇ ਨਾਲ ਆ ਲਾ ਦੇਣਾ, Cl ਦੇ ਨਾਲ ਆ ਲਾ ਦੇਣਾ, ਤਾਂ HCl। ਜਦੋਂ 1 ਹੋਏਗਾ ਤਾਂ ਆਪਾਂ 1 ਨਹੀਂ ਲਿਖਣਾ। ਫਾਰਮੂਲਾ ਆਫ ਹਾਈਡਰੋਜਨ ਸਲਫਾਈਡ। ਸਾਰੀਆਂ ਐਗਜ਼ਾਮਪਲ ਸੁਣੀ ਚੱਲੋ, ਸਾਰੀਆਂ ਗੱਲਾਂ ਕਲੀਅਰ ਵੇਖ ਸਕਦੇ ਹੋ ਧਿਆਨ ਨਾਲ। ਹਾਈਡਰੋਜਨ ਦੀ ਵੈਲੈਂਸੀ 1, ਸਲਫਾਈਡ ਨੂੰ ਲਿਖਦੇ ਨੇ S ਦੇ ਨਾਲ, ਵੈਲੈਂਸੀ 2, ਕ੍ਰੋਸ ਮਲਟੀਪਲਾਈ ਕਰ ਦੋ, H ਦੇ ਪੈਰ ਚ 2 ਆ ਜਾਏਗਾ, S ਉਵੇਂ ਦਾ ਉਵੇਂ। ਇਹਦਾ ਮਤਲਬ ਕੀ ਹੈ? H2S ਦਾ ਮਤਲਬ ਇੱਕ S ਦੇ ਨਾਲ ਕਿੰਨੇ H ਲੱਗਣਗੇ? ਇੱਕ ਇੱਧਰ ਤੇ ਇੱਕ ਇੱਧਰ। ਇੱਕ S ਦੇ ਨਾਲ 2 H ਲੱਗਣਗੇ। ਚਲੋ, ਕਾਰਬਨ ਟੈਟਰਾਕਲੋਰਾਈਡ, ਕਾਰਬਨ ਟੈਟਰਾਕਲੋਰਾਈਡ, ਕਾਰਬਨ CCl। ਕਾਰਬਨ ਦੀ ਤੁਸੀਂ ਵੈਲੈਂਸੀ ਵੇਖ ਲਓ 4 ਹੋਏਗੀ, Cl ਦੀ -1 ਹੋਏਗੀ, ਆਪਾਂ ਫਿਰ 1 ਲੈ ਲੈਂਦੇ ਹਾਂ, ਕ੍ਰੋਸ ਕਰ ਦਿੰਦੇ ਹਾਂ। ਕਾਰਬਨ ਦੇ ਪੈਰ ਚ 1 ਆਪਾਂ ਨਹੀਂ ਲਿਖਦੇ, ਫਿਰ Cl ਦੇ ਪੈਰ ਚ 4, Cl ਦੇ ਪੈਰ ਚ 4 ਲਿਖਦੇ ਹਾਂ। ਕਾਰਬਨ
ਟੈਟਰਾ ਟੈਟਰਾ ਦਾ ਮਤਲਬ ਹੁੰਦਾ 4 ਟੈਟਰਾ ਕਲੋਰਾਈਡ ਬਣ ਗਏ 4 ਕਲੋਰਾਈਡ ਬਣ ਗਏ ਇਹਦਾ ਮਤਲਬ ਕੀ ਹੈ ਇੱਕ ਕਾਰਬਨ ਦੇ ਨਾਲ ਕਿੰਨੇ Cl ਲੱਗੇ ਹੋਣਗੇ 4 ਐਵੇਂ ਕੰਪਾਊਂਡ ਇਹ ਬਣੇਗਾ for magnesium chloride we write the symbol of cation Mg2 positive first followed by the symbol anion Cl negative then their charges are crisscrossed to get the formulas magnesium chloride ਦੀ ਗੱਲ ਕਰਦਾ ਹੈ ਕਹਿੰਦਾ magnesium ਦੀ ਵੈਲੈਂਸੀ ਵੇਖੀ ਤਾਂ ਆਈ 2 positive Cl ਦੀ ਵੇਖੀ ਤਾਂ ਆਈ 1 negative ਮਾਈਨਸ ਪਲੱਸ ਨੂੰ ਆਪਾਂ ਨਹੀਂ ਲੈਣਾ Mg ਦੇ ਨਾਲ 1 ਆਏਗਾ 1 ਫਿਰ ਨਹੀਂ ਲੈਣਾ Cl ਦੇ ਨਾਲ 2 ਆਏਗਾ Cl ਦੇ ਨਾਲ 2 ਲਾ ਦਾਂਗੇ ਫਾਰਮੂਲਾ ਬਣ ਜਾਏਗਾ magnesium chloride there are 2 chloride ions ਕਹਿੰਦਾ 2 chloride ions ਹੈਗੇ ਨੇ ਇਹਦੇ ਨਾਲ ਹੈਗੇ ਨੇ for each magnesium ਇੱਕ magnesium ਮਗਰ ਇੱਕ magnesium ਨਾਲ ਕਿੰਨੇ chloride ਲੱਗਣਗੇ 2 each magnesium ਦੇ ਵਿੱਚ 2 the positive and negative charges must be balance each other and the overall structure must be neutral ਕਹਿੰਦਾ ਮੰਨ ਲਓ ਆ ਤੁਸੀਂ MgCl ਲਿਆ ਹੈ ਕਿਸੇ ਚੀਜ਼ ਦੇ ਵਿੱਚ ਕਿਸੇ ਬੱਠਲ ਦੇ ਵਿੱਚ ਤੁਸੀਂ MgCl ਲੈ ਲਿਆ ਹੈ MgCl ਜਿਹੜਾ ਸਾਰਾ ਦਾ ਸਾਰਾ ਟੋਟਲ ਚਾਰਜ ਹੋਏਗਾ ਨਾ ਇਹਦੇ ਉੱਤੇ ਇਸ ਭਾਂਡੇ ਦੇ ਵਿੱਚ ਜਾਂ ਜਿਹਦੇ ਵਿੱਚ ਤੁਸੀਂ MgCl ਲਿੱਤਾ ਹੈ ਹਨਾ ਇਹ ਸਾਰਾ ਦਾ ਸਾਰਾ ਕੀ ਹੋਏਗਾ ਬੈਲੈਂਸ ਹੋਣਾ ਚਾਹੀਦਾ ਨੋਟ ਦੈਟ ਇਨ ਦਾ ਫਾਰਮੂਲਾ ਦਾ ਚਾਰजेस ਔਨ ਦਾ ਆਇਨਸ ਆਰ ਨੋਟ ਇੰਡੀਕੇਟਡ ਪਲੱਸ ਤੇ ਮਾਈਨਸ ਜਿਹੜਾ ਇਹ ਚਾਰਜ ਆਪਾਂ ਨਹੀਂ ਲੈਂਦੇ ਠੀਕ ਹੈ ਗੱਲਾਂ ਸਮਝ ਲੱਗ ਗਈਆਂ ਸਮ ਮੋਰ ਐਗਜ਼ਾਮਪਲ ਫਾਰਮੂਲਾ ਆਫ ਐਲੂਮੀਨੀਅਮ ਆਕਸਾਈਡ ਟੇਬਲ ਦੇ ਵਿੱਚ ਲੱਭੋ ਐਲੂਮੀਨੀਅਮ ਕਿੱਥੇ ਹੈ ਐਲੂਮੀਨੀਅਮ ਦੀ ਵੈਲੈਂਸੀ ਵੇਖੋ +3 ਹੋਏਗੀ ਆਕਸੀਜਨ ਦੀ ਵੇਖੋ -2 ਹੋਏਗੀ ਆਕਸਾਈਡ ਦੀ ਕ੍ਰੋਸ ਕਰ ਦੋ Al2O3 ਕੈਲਸ਼ੀਅਮ ਆਕਸਾਈਡ ਕੈਲਸ਼ੀਅਮ ਦੇ ਥੱਲੇ 2 ਹੋਏਗਾ ਵੈਲੈਂਸੀ ਉਹਦੀ 2 ਹੋਏਗੀ ਆਕਸਾਈਡ ਦੀ ਵੈਲੈਂਸੀ 2 ਕ੍ਰੋਸ ਕਰਾਂਗੇ ਦੇਖੇ ਹੁਣ ਕੀ ਇਹ ਦੋਨੋਂ ਕੀ ਹੈ 2 ਦੇ ਟੇਬਲ ਤੇ ਡਿਵਾਈਡ ਹੁੰਦੇ ਪਏ ਨੇ ਤਾਂ ਆਪਾਂ ਰੇਸ਼ੀਓ ਜਿਹੜੀ ਹੈ ਕੱਟ ਕਰ ਦਾਂਗੇ 2 ਰੇਸ਼ੀਓ 2 ਹੈ ਨਾ 1:1 ਤਾਂ ਆਪਾਂ ਇਹਨੂੰ ਲਿਖ ਦਾਂਗੇ CaO valency of the two elements are same ਦੋਨਾਂ ਦੀ valency same ਹੈ you may arrive at the formula Ca2O2 ਕਹਿੰਦੇ ਤੁਸੀਂ ਆਹ ਫਾਰਮੂਲਾ ਬਣਾਓਗੇ but we simply write it as CaO ਧਿਆਨ ਰੱਖਿਆ ਜੇ ਇਸ ਗੱਲ ਦਾ ਫਾਰਮੂਲਾ ਆਫ ਸੋਡੀਅਮ ਨਾਈਟ੍ਰੇਟ ਦਾ ਫਾਰਮੂਲਾ ਸੋਡੀਅਮ ਆਪਾਂ ਨੂੰ ਪਤਾ ਹੈ N ਨਾਈਟ੍ਰੇਟ ਤੁਸੀਂ ਬੁੱਕ ਦੇ ਵਿੱਚ ਵੇਖੋ NO3 ਇਹਦਾ ਵੀ 1 ਹੁੰਦਾ ਜੇ ਇਹਦਾ -1 ਹੁੰਦਾ ਹੈ ਜਦੋਂ ਕ੍ਰੋਸ ਕਰਾਂਗੇ NaNO3 ਇਹਨੂੰ ਮੈਂ ਕਹਿੰਦਾ ਨੈਨੋ ਕਾਰ ਬਣ ਗਈ NaNO3 ਠੀਕ ਹੈ ਕੈਲਸ਼ੀਅਮ ਹਾਈਡਰੋਕਸਾਈਡ ਕੈਲਸ਼ੀਅਮ ਦੇ ਨਾਲ OH ਹਾਈਡਰੋਕਸਾਈਡ OH ਕੈਲਸ਼ੀਅਮ +2 OH -1 CaOH ਟਵਾਈਸ ਆ ਗਈ ਹੋਈ ਗੱਲ CaOH ਹੁਣ ਇਹ ਪੋਲੀਟੋਮਿਕ ਆਇਨ ਹੈ ਮਤਲਬ ਦੋ ਆਇਨਸ ਤੋਂ ਬਣਿਆ ਹੋਇਆ ਹੈ ਦੋ ਐਲੀਮੈਂਟਸ ਤੋਂ ਬਣਿਆ ਹੈ ਇੱਕ ਆਕਸੀਜਨ ਤੇ ਇੱਕ ਹਾਈਡਰੋਜਨ ਇਹਨੂੰ ਆਪਾਂ ਮੰਨ ਕੇ ਚੱਲਾਂਗੇ ਵੀ ਇਹ ਇੱਕੋ ਹੀ ਹੈਗਾ ਇਹ ਤਾਂ ਬ੍ਰੈਕਟ ਲਾ ਦਾਂਗੇ ਤਾਂ ਕਿ ਐਵੇਂ ਲੱਗੇ ਵੀ ਇਹ ਇੱਕੋ ਹੈ ਕੈਲਸ਼ੀਅਮ ਦਾ 2 ਇਹਦਾ 1 ਤਾਂ CaOH ਟਵਾਈਸ ਇੱਕ ਗੱਲ ਦੱਸਾਂ ਅੰਦਰ ਵੇਖਿਆ ਜੇ ਮੈਂ ਇਹਨੂੰ ਐਵੇਂ ਲਿਖ ਦਿੰਦਾ ਨਾ CaOH ਟਵਾਈਸ ਤਾਂ ਇਹਦਾ ਮਤਲਬ ਇਹ ਲੱਗਣਾ ਸੀ ਇਹਦੇ ਚ ਇੱਕ ਕੈਲਸ਼ੀਅਮ ਹੈ ਇੱਕ ਆਕਸੀਜਨ ਹੈ ਤੇ ਦੋ ਹਾਈਡਰੋਜਨ ਨੇ ਪਰ ਆਹ ਚੀਜ਼ ਨਹੀਂ ਹੈਗੀ ਇਹਦੇ ਚ ਕੀ ਹੈ ਇੱਕ ਕੈਲਸ਼ੀਅਮ ਹੈ ਤੇ ਦੋ ਕੀ ਨੇ OH ਗਰੁੱਪ ਕੀ ਹੁੰਦਾ ਹੈ ਹਾਈਡਰੋਕਸਾਈਡ ਠੀਕ ਹੈ ਲੱਗੀ ਸਮਝ ਓਕੇ ਹੁਣ ਇਹ ਫਿਰ ਦੱਸੇਗਾ note that the formula of calcium hydroxide is CaOH twice and not CaOH twice ਕਹਿੰਦੇ ਆਹ ਵਾਲਾ ਫਾਰਮੂਲਾ ਨਹੀਂ ਹੈਗਾ we use bracket when we have two or more of the same ions in the formula here the bracket around OH with the subscript 2 indicates that there are two hydroxyl groups joined to one calcium atom ਕਹਿੰਦਾ ਦੋ OH ਗਰੁੱਪ ਲੱਗੇ ਨੇ ਇੱਕ ਕੈਲਸ਼ੀਅਮ ਦੇ ਨਾਲ in other words there are two atoms each of oxygen and hydrogen in calcium hydroxide ਚਲੋ ਅੱਗੇ ਦੱਸਦੇ ਹਾਂ ਫਾਰਮੂਲਾ ਆਫ ਸੋਡੀਅਮ ਕਾਰਬੋਨੇਟ ਸੋਡੀਅਮ ਦੇ ਉੱਤੇ 1 ਪੋਜ਼ਿਟਿਵ ਕਾਰਬੋਨੇਟ CO3 ਦੇ ਉੱਤੇ 2 ਨੈਗੇਟਿਵ ਤਾਂ Na2CO3 ਬਸ ਫਾਰਮੂਲਾ ਆਫ ਅਮੋਨੀਅਮ ਸਲਫੇਟ ਅਮੋਨੀਅਮ NH4 ਸਲਫੇਟ SO4 ਪੋਲੀਐਟੋਮਿਕ ਆਇਨ ਠੀਕ ਹੈ ਬ੍ਰੈਕਟ ਲਾ ਦਾਂਗੇ ਦੋਨਾਂ ਤੇ
ਇਹਦਾ ਲਿਖ ਲਓ +1 ਇਹਦਾ ਲਿਖ ਲਓ 2 NH4 ਟਵਾਈਸ SO4 ਜਦੋਂ 1 ਹੁੰਦਾ ਤਾਂ ਆਪਾਂ ਲਿਖਦੇ ਨਹੀਂ ਭਾਵੇਂ ਬ੍ਰੈਕਟ ਵੀ ਨਾ ਲਾਓ ਫਿਰ ਸਮਝ ਲੱਗੀ ਫਸਟ ਪਾਰਟ ਸਾਰਾ ਸੈਕਿੰਡ ਪਾਰਟ ਸਾਰਾ ਆ ਵੀ ਥਰਡ ਪਾਰਟ ਤੇ ਫੋਰਥ ਪਾਰਟ ਪਲੱਸ ਟੇਬਲ ਜਿਹੜਾ ਮੈਂ ਕਿਹਾ ਹੈ ਕਿਹੜਾ ਟੇਬਲ ਵੈਲੈਂਸੀ ਵਾਲਾ ਟੇਬਲ ਮੈਂ ਵਿਖਾਣਾ ਕਿਹੜਾ ਟੇਬਲ ਆ ਵਾਲਾ ਟੇਬਲ this one ਆ ਵਾਲਾ ਟੇਬਲ ਇਹ ਤੁਹਾਨੂੰ ਰਾਜੇ ਕੱਲ ਹੀ ਜਦੋਂ ਤੁਸੀਂ ਅਗਲੀ ਕਲਾਸ ਦੇਖਣੀ ਹੈ ਕੱਲ ਹੀ ਦੇਖਣੀ ਹੈ ਨਾਲੇ ਉਦੋਂ ਆਂਦਾ ਹੋਵੇ ਆ ਵਾਲਾ ਟੇਬਲ ਤੁਹਾਨੂੰ ਠੀਕ ਹੈ ਤੇ ਪਹਿਲਾ ਟੇਬਲ ਲਰਨ ਕਰ ਲੈਣਾ 3-4 ਵਾਰੀ ਪੜੋਗੇ ਇਹਨੂੰ ਸਮਝੋਗੇ ਯਾਦ ਹੋ ਜਾਏਗਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਜਿਹੜੇ ਕੁਐਸਚਨਸ ਮੈਂ ਹੁਣੇ ਕਹੇ ਨੇ ਟਿਕ ਲਾਏ ਨੇ ਉਹ ਸਾਰੇ ਦੇ ਸਾਰੇ ਕੁਐਸਚਨਸ ਕਰ ਲੈਣੇ ਕਲਾਸ ਦੇ ਐਂਡ ਤੇ ਜਦੋਂ ਕਲਾਸ ਲੱਗ ਜਾਂਦੀ ਹੈ ਤਾਂ ਮੈਨੂੰ ਪਤਾ ਲੱਗੇ ਵੀ ਕੀ ਕਲਾਸ 'ਚ ਗੜਬੜ ਆਈ ਸੀ ਜਾਂ ਗੜਬੜ ਤੁਹਾਨੂੰ ਗੱਲ ਨਹੀਂ ਸਮਝ ਲੱਗੀ ਉਹ ਡਾਊਟ ਤੁਸੀਂ ਕਮੈਂਟ ਵਿੱਚ ਪਾ ਦੇਣਾ ਹੈ ਕਮੈਂਟ ਦੇ ਵਿੱਚ ਪਾ ਦੇਣਾ ਵੀ ਸਰ ਆਹ ਡਾਊਟ ਹੈਗਾ ਆ ਦੱਸ ਦਿਓ ਮੈਂ ਸ਼ੋਰਲੀ ਤੁਹਾਡੀ ਗੱਲ ਦਾ ਰਿਪਲਾਈ ਕਰਾਂਗਾ ਤੇ ਜੇ ਕਲਾਸ ਸਮਝ ਲੱਗ ਜੇ ਤਾਂ ਐਂਡ ਤੇ ਕਮੈਂਟ ਕਰ ਦੇ ਜੇ ਨੋ ਡਾਊਟ ਸਰ ਠੀਕ ਹੈ ਤਾਂ ਕਿ ਮੈਨੂੰ ਪਤਾ ਲੱਗ ਸਕੇ ਵੀ ਹਾਂ ਵੀ ਬੱਚੇ ਜਿਹੜੇ ਨੇ ਪੜ ਰਹੇ ਨੇ ਠੀਕ ਹੈ ਤੇ ਦੂਸਰੀ ਗੱਲ ਇਹ ਕਰਨੀ ਸੀ ਮੈਂ ਵੀ ਤੁਸੀਂ ਜਿਹੜਾ ਹੈ ਅਗਰ ਪਿਛਲੀਆਂ ਕਲਾਸਿਸ ਨਹੀਂ ਦੇਖੀਆਂ ਤਾਂ ਪਹਿਲਾਂ ਪਿਛਲੀਆਂ ਕਲਾਸਿਸ ਜ਼ਰੂਰ ਕਰ ਲਓ ਤਾਂ ਕਿ ਤੁਹਾਨੂੰ ਸਾਰੇ ਕਨਸੈਪਟ ਦੀ ਗੱਲ ਜਿਹੜੀ ਹੈ ਸਮਝ ਲੱਗ